ਰੋਜ਼ਾਨਾ ਲੋਕਨਾਥ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ। ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅਹਿਮ ਤੇ ਵੱਡੀਆਂ ਖਬਰਾਂ। ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਕਿ ਵੋਟਾਂ ਤਾਂ ਹੋ ਚੁੱਕੀਆਂ ਨੇ ਪਰ ਹਲੇ ਵੀ ਸਸ਼ੋ ਪੰਜ ਆ। ਲੋਕਾਂ ਦੇ ਸਵਾਲ ਉਹੀ ਨੇ ਜੋ ਵੋਟਾਂ ਪੈਣ ਤੋਂ ਪਹਿਲਾਂ ਸੀ, ਵੋਟਾਂ ਪੈਣ ਤੋਂ ਬਾਅਦ ਵੀ, ਕਿ ਆਖਰ ਸਰਕਾਰ ਕਿਸ ਦੀ ਆਵੇਗੀ, ਆਖਰ ਕਿਹੜੀ ਪਾਰਟੀ ਸੱਤਾ ਤੇ ਕਾਬਜ ਹੋਵੇਗੀ। ਸਵਾਲ ਇਹੀ ਨੇ, ਵੋਟਾਂ ਪੈਣ ਤੋਂ ਪਹਿਲਾਂ ਸੀ ਕਿ ਕਿਹੜੀ ਪਾਰਟੀ ਅੱਗੇ ਜਾਵੇਗੀ, ਹੁਣ ਸਵਾਲ ਉਹੀ ਨੇ ਕਿ ਕਿਹੜੀ ਪਾਰਟੀ ਅੱਗੇ ਜਾ ਸਕਦੀ ਆ ਤੇ ਸਰਕਾਰ ਕੌਣ ਬਣਾ ਸਕਦੀ ਹੈ। ਇਸੇ ਸਵਾਲਾਂ ਦੇ ਜਵਾਬ ਅਸੀਂ ਤੱਥਾਂ ਦੇ ਆਧਾਰ ਦੇ ਉੱਤੇ, ਤਰਕ ਦੇ ਆਧਾਰ ਤੇ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਵੱਲੋਂ ਕੋਸ਼ਿਸ਼ ਰਹਿੰਦੀ ਆ ਕਿ ਜਿਹੜੀ ਸੱਚਾਈ ਹੋਵੇ, ਜਿਹੜੀ ਸਟੀਕ ਹੋਵੇ, ਜਿਹੜੀ ਨਿਰਪੱਖ ਹੋਵੇ, ਉਹੀ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈਏ। ਤੇ ਅੱਜ ਵੀ ਅਸੀਂ ਸਹੀ, ਸਪਸ਼ਟ, ਸਟੀਕ, ਨਿਰਪੱਖ ਸਰਵੇ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ। ਤੇ ਨਾਲ ਮੇਰੇ ਸਾਰੇ ਪ੍ਰੋਗਰਾਮ ਦੇ ਵਿੱਚ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨ ਦੇ ਲਈ ਮੌਜੂਦ ਨੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਇਮਰਾਨ ਜੀ। ਅਣਖੀ ਸਾਹਿਬ, ਹਲੇ ਵੀ ਸਵਾਲ ਉਹੀ ਨੇ, ਭਾਵੇਂ ਕਿ ਵੋਟਾਂ ਪੈ ਚੁੱਕਿਆ, ਠੰਡ ਢੰਡੋਰਾ ਹੋ ਚੁੱਕਿਆ, ਸਿਆਸਤਦਾਨ ਨੇ, ਜਿਹੜੇ ਉਮੀਦਵਾਰ ਨੇ, ਆਪਣੇ ਫੁਰਸਤ ਦੇ ਪਲ ਮਨਾਉਣ ਦੇ ਵਿੱਚ ਹੁਣ ਰੁੱਝ ਗਏ ਨੇ, ਫੁਰਸਤ ਦੇ ਪਲ ਮਨਾ ਰਹੇ ਨੇ ਕਿ ਇੱਕ ਮਾਹੌਲ ਠੰਡਾ ਜ਼ਰੂਰ ਹੋ ਗਿਆ ਪਰ ਸਵਾਲ ਹਲੇ ਵੀ ਠੰਡੇ ਨਹੀਂ ਹੋਏ। ਸਵਾਲ ਹਲੇ ਇਹੀ ਨੇ ਕਿ ਆਖਰ ਕਿਹੜੀ ਪਾਰਟੀ ਸੱਤਾ ਤੇ ਕਾਬਜ ਹੋਵੇਗੀ, ਕਿਹੜੀ ਪਾਰਟੀ ਸੱਤਾ ਦਾ ਆਨੰਦ ਮਾਣੇਗੀ, ਕਿਸ ਦੀ ਸਰਕਾਰ ਬਣੇਗੀ ਤੇ 2027 ਤੱਕ ਕਿਹੜੀ ਪਾਰਟੀ ਪੰਜਾਬ ਦੇ ਲੋਕਾਂ ਤੇ ਰਾਜ ਕਰੇਗੀ। ਸੋ ਸ਼ੁਰੂਆਤ ਆਪਾਂ ਜਿਹੜੀ ਕਰਦੇ ਹਾਂ, ਗੱਲਬਾਤ ਕਰਦੇ ਹਾਂ ਕਿ ਇਸ ਵਾਰ ਜਿਹੜੀ 2017 ਦੇ ਮੁਕਾਬਲੇ ਵੋਟ ਪਰਸੈਂਟੇਜ ਜ਼ਰੂਰ ਘਟੀ ਆ, ਕਿਉਂਕਿ 2017 ਦੇ ਵਿੱਚ 77% ਸੀ ਤੇ ਇਸ ਵਾਰ 71.95% ਵੋਟਿੰਗ ਹੋਈ ਆ। ਤੇ ਵੋਟਿੰਗ ਪਰਸੈਂਟੇਜ ਘਟਣ ਦੇ ਨਾਲ ਜੇਕਰ ਪੁਰਾਣੀ ਡਿਟੇਲ ਦੇਖੀ ਜਾਵੇ ਤਾਂ ਕਾਂਗਰਸ ਨੂੰ ਫਾਇਦਾ ਜ਼ਰੂਰ ਹੁੰਦਾ ਹੋਇਆ ਨਜ਼ਰ ਆਇਆ ਸੀ, ਪਰ ਹੁਣ ਸੱਤਾ ਦੇ ਵਿੱਚ ਵੀ ਕਾਂਗਰਸ ਆ। ਕਿ ਇਸ ਵਾਰ ਇਸ ਦਾ ਫਾਇਦਾ ਕਾਂਗਰਸ ਨੂੰ ਹੋਵੇਗਾ ਜਾਂ ਫਿਰ ਇਸ ਵਾਰ ਵੋਟ ਪਰਸੈਂਟੇਜ ਘਟਣ ਤੋਂ ਬਾਅਦ ਸਮੀਕਰਨ ਕੁਝ ਹੋਰ ਹੀ ਨਜ਼ਰ ਆਉਣਗੇ? ਇਮਰਾਨ ਜੀ, ਇਸ ਤਰੀਕੇ ਨਾਲ ਗੱਲ ਆ ਕਿ ਜਦੋਂ ਦੀ ਕੱਲ ਦੀਆਂ ਵੋਟਾਂ ਪਈਆਂ ਨੇ ਜੀ, ਕੱਲ ਸਵੇਰ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟ ਦਾ ਪ੍ਰੋਸੈਸ ਜਿਹੜਾ ਚੱਲਿਆ ਤੇ ਜਿਸ ਵੀ ਬੰਦੇ ਨਾਲ ਗੱਲ ਅਸੀਂ ਕੀਤੀ ਜਾਂ ਜਿਸ ਵੀ ਬੰਦੇ ਨੂੰ ਪੁੱਛਿਆ ਕਿ ਹਾਂਜੀ ਭਾਜੀ ਵੋਟਾਂ ਦਾ ਵੋਟ ਕਿਹਨੂੰ ਪਈ ਜੀ ਜਾਂ ਕਿਹੜੇ ਹੱਕ ਵਿੱਚ ਵਿਚਰੇ ਜੀ, ਤੇ ਹਰ ਬੰਦੇ ਦਾ ਸਵਾਲ ਦਾ ਜਵਾਬ ਇਹੋ ਸੀ ਕਿ ਅਸੀਂ ਝਾੜੂ ਫਿਰਨਾ, ਮਤਲਬ ਝਾੜੂ ਦੇ ਹੱਕ ਦੇ ਵਿੱਚ ਗੱਲ ਜਿਹੜੀ ਨਜ਼ਰ ਆਈ। ਪਰ ਸ਼ਾਮ ਹੁੰਦਿਆਂ ਹੁੰਦਿਆਂ ਜਿਸ ਤਰ੍ਹਾਂ 7 ਵੱਜ ਗਏ, 8 ਵੱਜ ਗਏ, ਆਪਾਂ ਲਾਸਟ ਪ੍ਰੋਗਰਾਮ ਕਰਕੇ ਮੇਰਾ ਖਿਆਲ 6:30 ਵਜੇ ਆਪਾਂ ਚੱਠਾ ਸਾਹਿਬ ਸੀ ਨਾਲ ਸਾਡੇ, ਅਸੀਂ ਵਿਦਾ ਹੋਏ ਤਾਂ ਉਦੋਂ ਜਿਹੜੀ ਪਰਸੈਂਟੇਜ ਸੀ ਉਹ 65% ਤੱਕ ਪਹੁੰਚ ਚੁੱਕੀ ਸੀ। ਤਾਂ ਸਵੇਰੇ ਜਿਹੜੀ 71 ਜਾਂ 72% ਪਹੁੰਚ ਚੁੱਕੀ। ਤਾਂ ਕਹਿਣ ਦਾ ਅਰਥ ਆ ਕਿ ਬਹੁਤ ਲੋਕ ਜਾਂ ਜਨਰਲ ਆਮ ਲੋਕ ਇਹ ਕਹਿੰਦੇ ਸੀ ਕਿ ਠੀਕ ਆ, ਜਿਹੜੀ ਵੋਟ ਪੋਲਿੰਗ ਆ, ਜਿਹੜੀ ਵੋਟਾਂ ਨੇ ਉਹ ਘੱਟ ਪਈ ਨੇ, ਪ੍ਰਤੀਸ਼ਤ ਜਿਹੜੀ 2017 ਦੇ ਮੁਕਾਬਲੇ ਘੱਟ ਹੋਈ ਆ। ਤਾਂ ਉਦੋਂ 77 ਸੀ ਤਾਂ ਹੁਣ 62 ਆ ਜਾਂ 65 ਆ, ਤੇ ਹੁਣ ਤੁਸੀਂ ਦਤਾ ਦੇਤਾ ਕਿ 71% ਜਿਹੜੀ ਸਰਕਾਰੀ ਚੋਣ ਕਮਿਸ਼ਨ ਵੱਲੋਂ ਆਦੇਸ਼ ਹੋਇਆ। ਤਾਂ ਆਮ ਤੌਰ ਤੇ ਇਹੋ ਸਮਝਿਆ ਜਾਂਦਾ ਕਿ ਜਦੋਂ ਵੋਟਿੰਗ ਜ਼ਿਆਦਾ ਹੋਵੇ ਤਾਂ ਉਸ ਵਕਤ ਜਿਹੜੀ ਸੱਤਾ ਵਿਰੋਧੀ ਲਹਿਰ ਹੁੰਦੀ ਆ ਉਹ ਡੋਮੀਨੇਟ ਕਰ ਰਹੀ ਹੁੰਦੀ ਹੈ, ਤੇ ਜੇਕਰ ਘੱਟ ਹੁੰਦੀ ਆ ਤਾਂ ਫਿਰ ਜਾਂ ਤਾਂ ਹੰਗ ਅਸੈਂਬਲੀ ਜਾਂ ਫਿਰ ਉਹੀ ਬੀਤੇ ਦੌਰ 'ਚ ਸਰਕਾਰ ਜਿਹੜੀ ਦੁਹਰਾਈ ਜਾ ਸਕਦੀ ਆ। ਇਹ ਆਮ ਲੋਕਾਂ ਦੇ ਕਿਆਫੇ ਨੇ ਤੇ ਜ਼ਿਆਦਾ ਲੋਕ ਇਸ ਪਰਸੈਂਟੇਜ ਨੂੰ ਆਧਾਰ ਤੇ ਇਹੋ ਹੀ ਆਧਾਰ ਬਣਾ ਕੇ ਸੋਚ ਰਹੇ ਆ ਕਿ ਸ਼ਾਇਦ ਕਾਂਗਰਸ ਜਿਹੜੀ ਆ ਦੁਬਾਰਾ ਰਿਪੀਟ ਹੋ ਸਕਦੀ ਆ। ਜਿਹੜਾ ਵੋਟ ਸ਼ੇਅਰਿੰਗ ਉਹ ਘੱਟ ਹੋਇਆ ਜਾਂ ਵੋਟ ਪ੍ਰਤੀਸ਼ਤ ਘੱਟ ਰਿਹਾ, ਅਕਾਲੀ ਦਲ ਆ ਸਕਦਾ, ਅਕਾਲੀ ਦਲ 2 ਨੰਬਰ ਤੇ ਆ ਰਿਹਾ। ਇਮਰਾਨ ਜੀ, ਜਦੋਂ ਅਸੀਂ ਤੱਥਾਂ ਦੇ ਆਧਾਰ ਤੇ ਸਾਰੀ ਸਥਿਤੀ ਨੂੰ ਵੇਖਦੇ ਹਾਂ ਤਾਂ ਦੇਖੋ 2 ਗੱਲਾਂ ਬੜੀਆਂ ਮਹੱਤਵਪੂਰਨ ਨੇ। ਵੋਟ ਪ੍ਰਤੀਸ਼ਤ ਬਿਲਕੁਲ ਘੱਟ ਹੋਇਆ। ਜਿਹੜਾ 10 ਜਾਂ 15% ਵੋਟ ਬੈਂਕ ਜਿਹੜਾ ਹਾਰ ਜਿੱਤ ਦਾ ਫੈਸਲਾ ਕਰਦਾ, ਉਹ ਜਿਹੜਾ ਹਾਰ ਜਿੱਤ ਦਾ ਫੈਸਲਾ ਕਰਦਾ ਉਹ ਵੋਟਰ ਅਜੇ ਵੀ ਚੋਪਾ। ਉਹਦੇ ਵਿੱਚੋਂ ਤੁਸੀਂ 15% ਵੋਟ ਤੁਸੀਂ ਬਾਹਰ ਸਮਝੋ ਨਾ ਵੀ ਨਿਕਲੀ ਹੋਵੇ, ਜੇਕਰ 7% ਵੀ ਨਿਕਲੀ ਹੋਵੇ ਤੁਸੀਂ ਉੱਥੋਂ ਤੱਕ ਮੰਨ ਲਓ। ਤਾਂ ਬਾਅਦ ਦੇ ਵਿੱਚ ਜਿਹੜੀ ਅਸੀਂ ਕਹਿ ਸਕਦੇ ਕਿ ਪ੍ਰਤੀਸ਼ਤ ਵੋਟ ਦੇ ਹਿਸਾਬ ਦੇ ਨਾਲ ਕਿ ਕਾਂਗਰਸ ਜਿਹੜੀ ਆ ਉਹ ਸੱਤਾ 'ਚ ਆ, ਤੇ ਇਸ ਵੇਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਬੜੀ ਤੇਜ਼ੀ ਨਾਲ ਤਾਂ ਵੱਧਦਾ ਪਿਆ। ਆਮ ਆਦਮੀ ਪਾਰਟੀ ਨੂੰ ਤੁਸੀਂ ਛੱਡ ਹੀ ਦਿਓ, ਅਸੀਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ।
ਇਹ ਇੱਕ ਜਨਰਲ ਮੈਂ ਸਿਨੈਰੀਓ ਤੁਹਾਨੂੰ ਬਣਾ ਕੇ ਲੱਗਾ ਦੱਸਣ। ਪਰ ਇਮਰਾਨ ਜੀ, ਜੇਕਰ ਇਹਨਾਂ ਸਾਰੀਆਂ ਸਥਿਤੀਆਂ ਨੂੰ ਤੁਸੀਂ ਧਿਆਨ ਨਾਲ ਵੇਖੋ ਕਿ ਜਿਸ ਤਰੀਕੇ ਨਾਲ ਲੋਕ ਕਹਿੰਦੇ ਕਿ ਵੋਟਾਂ ਘੱਟ ਪਈਆਂ ਤਾਂ ਸ਼ਾਇਦ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ, ਤੇ ਜੇਕਰ ਅਸੀਂ ਗੱਲ ਕਰੀਏ ਦੂਜੇ ਨੰਬਰ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬੜੀ ਤੇਜ਼ੀ ਨਾਲ ਅੱਗੇ ਵਧਦਾ ਪਿਆ। ਇਹ ਉਹ ਆ ਕਿ ਜਿਹੜੇ ਸਿਆਸੀ ਮਾਹਿਰ ਤੁਹਾਡੇ ਜਾਂ ਮੇਰੇ ਵਰਗੇ, ਚਲੋ ਮੈਂ ਤਾਂ ਮਾਹਿਰ ਨਹੀਂ ਸਿਆਸੀ ਮਾਹਿਰ, ਜਿਹੜੇ ਆਮ ਵੱਡੇ ਵੱਡੇ ਆਪਣੇ ਆਪ ਨੂੰ ਸਾਬਤ ਕਰ ਦੂ, ਇਸ ਗੱਲ ਦੀ ਗੱਲ ਕਰ ਰਹੀ ਹੈ। ਪਰ ਇਮਰਾਨ ਜੀ, ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਮੰਨ ਲਓ ਕਿ ਬਿਲਕੁਲ 68% ਜਾਂ 72% 71% ਵੋਟ ਹੋਈ ਹੈ, ਜੇਕਰ ਕਾਂਗਰਸ ਦਾ ਹੀ ਵੋਟ ਬੈਂਕ ਜਿਹੜੀ 78% ਵੋਟ ਹੋਈ ਹੈ, ਜੇਕਰ ਉਹ ਹੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤ ਗਿਆ ਹੋਵੇ। ਇਹ ਮੈਂ ਇਸ ਕਰਕੇ ਕਹਿ ਰਿਹਾ, ਬਟਾਲੇ ਤੋਂ ਲੈ ਕੇ ਜਲੰਧਰ ਤੱਕ ਦਾ 80 ਕਿਲੋਮੀਟਰ ਦਾ ਸਫ਼ਰ ਆ, ਤੇ ਮੈਂ ਉਸ ਸਫ਼ਰ ਦੇ ਵਿੱਚ ਅੱਜ ਸਵੇਰੇ ਵੀ ਆਇਆ ਤੇ ਸ਼ਾਮ ਨੂੰ ਵੀ ਆਇਆ। 2 ਘੰਟੇ ਜਾਣ ਲੱਗਦੇ ਆ, 2 ਘੰਟੇ ਆਉਣ ਲੱਗਦੇ ਆ। ਤਾਂ ਉਸ ਸਫ਼ਰ ਦੇ ਦੌਰਾਨ ਹਰ ਮੇਰੀ ਅਗਲੀ ਪਛਲੀ ਸੀਟ ਦੇ ਉੱਤੇ ਇਹੋ ਹੀ ਚਰਚਾਵਾਂ ਸਨ ਕਿ ਹਾਂ ਅਸੀਂ ਫਲਾਣੇ ਬੂਥਾਂ ਦੇ ਗਏ, ਉੱਥੇ ਚਰਚਾਵਾਂ ਝਾੜੂ ਫਿਰ ਗਿਆ, ਝਾੜੂ ਫਿਰ ਗਿਆ। ਇਹ ਮੈਂ ਲੋਕਾਂ ਦੀ ਗੱਲ ਕਹਿ ਰਿਹਾ, ਮੈਂ ਆਪਣੇ ਚੈਨਲ ਵੱਲੋਂ ਜਾਂ ਆਪਣੇ ਇਸ ਪਲੇਟਫਾਰਮ ਦੇ ਉੱਤੇ ਕਿਸੇ ਪਾਰਟੀ ਦਾ ਕੋਈ ਗੱਲ ਨਹੀਂ ਕਰ ਰਿਹਾ। ਜੇਕਰ ਆਮ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਇੰਨੇ ਪਰਸੈਂਟ ਮਾਫ ਕਰਨਾ ਕਿ ਮਤਲਬ ਝਾੜੂ ਫਿਰ ਗਿਆ, ਤਾਂ ਫਿਰ ਉਹ ਪਰਸੈਂਟੇਜ ਜ਼ਰੂਰੀ ਥੋੜਾ ਆ ਕਿ ਜਿਹੜੀ ਕਾਂਗਰਸ ਦੇ ਹੱਕ ਦੀ ਵੋਟ ਆ ਉਹ ਕਾਂਗਰਸ ਨੂੰ ਹੀ ਪੈਣੀ ਸੀ, ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੈਣੀ ਸੀ। ਇਮਰਾਨ ਜੀ, ਕਲੀਅਰ ਕੱਟ ਆ ਕਿ ਪਰਸੈਂਟੇਜ ਉਨੀ ਰਹੀ ਆ ਕਿ ਜੇਕਰ ਕਾਂਗਰਸ ਦਾ ਹੀ ਵੋਟ ਬੈਂਕ ਟੁੱਟ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਚਲਾ ਗਿਆ ਹੋਵੇ। ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਲੋਕਾਂ ਦੀ ਹਰ ਜ਼ੁਬਾਨ ਦੇ ਉੱਤੇ ਇਹੋ ਹੀ ਸ਼ਬਦ ਆਏ ਆ ਕਿ ਅਕਾਲੀ ਦਲ ਦਾ ਵੋਟ ਬੈਂਕ ਟੁੱਟ ਕੇ ਦੂਜੇ ਪਾਸੇ ਨਹੀਂ ਜਾ ਸਕਦਾ, ਕਿਉਂਕਿ ਆਮ ਆਦਮੀ ਪਾਰਟੀ ਦਾ ਤਾਂ ਵੋਟ ਬੈਂਕ ਹੈ ਹੀ ਨਹੀਂ। ਉਹੋ ਜਿਹਾ ਵੋਟ ਬੈਂਕ ਤੁਸੀਂ ਕਹਿ ਨਹੀਂ ਸਕਦੇ। ਇਹਨਾਂ ਨੂੰ ਜਿਹੜੇ ਉਧਰੋਂ ਪੈਣਗੇ ਉਧਰੋਂ ਪੈਣੇ, ਤਾਂ ਹਰ ਬੰਦਾ ਇੰਨੀ ਗੱਲ ਕਹਿ ਰਿਹਾ। ਇਹ ਮਾਝੇ ਦੇ ਕੁਝ ਖੇਤਰ ਮੇਰੇ ਕੋਲ ਏਦਾਂ ਦੇ ਨੇ ਜਿਨ੍ਹਾਂ ਦਾ ਮੇਰੇ ਕੋਲ ਰਿਪੋਰਟਾਂ ਆਈਆਂ ਕਿ ਉਹਨਾਂ ਖੇਤਰਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਦਾ ਜਿਹੜਾ ਆ ਪੋਲਿੰਗ ਬੂਥ ਵੀ ਨਹੀਂ ਲੱਗਾ। ਸੋ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ, ਮਾਫ ਕਰਨਾ, ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਵੋਟ ਪ੍ਰਤੀਸ਼ਤ ਜੇ ਘਟੀ ਆ ਤੇ ਬਦਲਾਅ ਨਹੀਂ ਹੋ ਸਕਦਾ। ਲੋਕ ਪੰਜਾਬ ਦੇ ਇਸ ਮੁੱਦੇ ਤੇ ਪੂਰਨ ਤੌਰ ਤੇ ਤਿਆਰ ਬਰ ਤਿਆਰ ਨੇ, ਬਦਲਾਅ ਚਾਹੁੰਦੇ ਆ। ਜੇਕਰ ਮੈਂ ਤੁਹਾਨੂੰ ਪੁੱਛਣਾ, ਤੁਸੀਂ ਮੈਨੂੰ ਪੁੱਛਦੇ ਜੇ, ਇੱਕ ਉਦਾਹਰਨ ਦੇ ਰਿਹਾ ਕਿਉਂਕਿ ਇਹ ਬੰਦਾ ਕੋਈ ਗੱਲ ਨਹੀਂ ਕਰਦਾ, ਪਰ ਲੋਕ ਜਿਸ ਤਰੀਕੇ ਨਾਲ ਹਰ ਬੰਦਾ, ਹਰ ਦੂਜਾ ਵਿਅਕਤੀ ਝਾੜੂ ਦੀ ਗੱਲ ਕਰਦਾ ਕਿ ਝਾੜੂ ਨੂੰ ਵੋਟ ਪਈ, ਝਾੜੂ ਨੂੰ ਵੋਟ ਪਈ, ਤਾਂ ਫਿਰ ਇਮਰਾਨ ਜੀ ਉਹਨਾਂ ਤੱਥਾਂ ਦੇ ਆਧਾਰ ਤੇ ਵੋਟ ਪ੍ਰਤੀਸ਼ਤ ਜ਼ਰੂਰ ਘਟਿਆ 2017 ਦੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਵੋਟਾਂ ਕਾਂਗਰਸ ਦੀਆਂ ਕਾਂਗਰਸ ਨੂੰ ਪੈ ਗਈਆਂ ਤੇ ਅਕਾਲੀ ਦਲ ਦੀਆਂ ਅਕਾਲੀ ਦਲ ਨੂੰ ਪੈ ਗਈਆਂ। ਦੋਵਾਂ ਪਾਰਟੀਆਂ ਨੂੰ ਖੋਰਾ ਜਿਹੜਾ ਜ਼ਰੂਰ ਲੱਗਾ ਹਰ ਪੱਖ ਤੋਂ। ਮੈਂ ਜਿਸ ਖੇਤਰ 'ਚ ਰਹਿਣਾ ਜਾਂ ਜਿਸ ਖੇਤਰ ਦੀ ਮੈਂ ਗੱਲ ਕਰ ਰਿਹਾ, ਉੱਥੇ ਸਥਿਤੀਆਂ ਹਰ ਪਲ ਜਿਹੜੀਆਂ ਬਦਲ ਗਈਆਂ ਤੇ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਦੇ ਮੂੰਹਾਂ ਤੇ ਜਿਹੜੀ ਸਿਕਰੀ ਉਹ ਜੰਮੀ ਨਜ਼ਰ ਆਈ। ਸੋ ਇਹਨਾਂ ਸਾਰੇ ਤੱਥਾਂ ਦੇ ਆਧਾਰ ਤੇ ਜਾਂ ਜੋ ਅੰਕੜੇ ਜਾਂ ਜੋ ਗੱਲਾਂ ਸਾਡੇ ਤੱਕ ਪਹੁੰਚੀਆਂ, ਇਸ ਵੇਲੇ ਨਤੀਜੇ ਜਿਹੜੇ ਹੈਰਾਨੀਜਨਕ ਹੋਣਗੇ। ਕਈ ਵਾਰੀ ਅਸੀਂ ਕਹਿ ਦਿੰਦੇ ਕਿ ਤੁਸੀਂ ਮੈਨੂੰ ਕਲੀਅਰ ਕਰ ਦਿਓ ਸਰਕਾਰ ਕਿਹਦੀ ਬਣੇਗੀ। ਮੈਂ ਸਰਕਾਰ ਬਣਾਉਣ ਜਾਂ ਨਾ ਬਣਾਉਣ ਦੀ ਗੱਲ ਨਹੀਂ ਕਰ ਰਿਹਾ। ਅਗਰ ਤੁਸੀਂ ਮੈਨੂੰ ਪ੍ਰਸ਼ਨ ਪੁੱਛੋ ਕਿ ਸਰਕਾਰ ਕਿਹਦੀ ਬਣੂਗੀ, ਸਰ, ਤਾਂ ਮੈਂ ਇੰਨੀ ਗੱਲ ਕਹਾਂਗਾ ਇਮਰਾਨ ਜੀ, ਸਰਕਾਰ ਉਸ ਪਾਰਟੀ ਦੀ ਬਣੇਗੀ ਜਿਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਵੱਧ ਤੋਂ ਵੱਧ ਫਤਵਾ ਦਿੱਤਾ ਹੋਵੇਗਾ। ਤਾਂ ਇਹ ਫਤਵਾ ਜੋ ਵੀ ਹੈ, ਇਹ ਫਤਵਾ 10 ਮਾਰਚ ਨੂੰ ਸਾਹਮਣੇ ਹੋਵੇਗਾ। ਪਰ ਇਹ ਗੱਲ ਜ਼ਰੂਰ ਹੈ, ਪੰਜਾਬ ਦੇ ਜਿਹੜਾ ਮਾਹੌਲ ਹੈ, ਹਵਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਨੇੜੇ ਪਹੁੰਚ ਸਕਦੀ ਆ, ਬਣਾ ਸਕਦੀ ਆ। ਇਹ ਉਹ ਗੱਲ ਮੈਂ ਨਹੀਂ ਕਹਿ ਰਿਹਾ, ਮੇਰਾ ਚੈਨਲ ਨਹੀਂ ਕਹਿ ਰਿਹਾ, ਮੈਂ ਉਹ ਲੋਕ ਕਹਿ ਰਹੇ ਕਿ ਜੋ ਲੋਕਾਂ ਦੀਆਂ ਕਨਸੂਆਂ ਨੇ। ਪਰ ਜਦੋਂ ਅਸੀਂ ਵੋਟ ਪ੍ਰਤੀਸ਼ਤ ਗੱਲ ਕਰਦੇ ਹਾਂ, ਰਵਾਇਤੀ ਪਾਰਟੀਆਂ ਵੀ ਆਪੋ ਆਪਣੇ ਤਰੀਕੇ ਨਾਲ ਜੋਰ ਲਾ ਰਹੀਆਂ ਨੇ, ਤਾਂ ਸਭ ਤੋਂ ਵੱਡੀ ਗੱਲ ਪ੍ਰਧਾਨ ਮੰਤਰੀ ਮੋਦੀ ਵੀ ਭਾਜਪਾ ਗੱਠਜੋੜ ਨੂੰ ਲੈ ਕੇ ਮੈਦਾਨ 'ਚ ਉਤਰੇ ਨੇ। ਸੋ ਕਹਿਣ ਦਾ ਅਰਥ ਇਹ ਹੈ, ਨਾ ਤਾਂ ਨਜ਼ੂਮੀ ਮੈਂ ਆ ਇਮਰਾਨ ਜੀ, ਨਾ ਹੀ ਕੋਈ ਚੈਨਲ ਕੋਈ ਹੋਰ ਆ ਕਿ ਜਿਹੜਾ ਇੰਨੀ ਗੱਲ ਕਲੀਅਰ ਕੱਟ ਕਹਿ ਦੇਵੇ ਕਿ ਹਾਂ ਭਈ ਇਹ ਨਹੀਂ ਉਹ ਆਏਗਾ।
ਅੱਗੇ ਕਹਾਣੀਆਂ ਇਹ ਹੁੰਦੀਆਂ ਸੀ, ਅੱਗੇ ਪੰਜਾਬ 'ਚ ਦੋ ਪਾਰਟੀਆਂ ਹੁੰਦੀਆਂ ਸੀ, ਕਾਂਗਰਸ ਤੇ ਅਕਾਲੀ ਦਲ, ਬਿਲਕੁਲ। ਉਧਰ ਜਾਂ ਉਧਰ। ਹੁਣ ਪੰਜ ਪਾਰਟੀਆਂ ਨੇ, ਤਾਂ ਹੂੰ ਪੰਜਾਂ ਪਾਰਟੀਆਂ ਦੇ ਜੋ ਸਰਵੇਖਣ ਆ ਜਾਂ ਜੋ ਆਧਾਰ ਆ, ਉਹਦੇ ਆਧਾਰ ਤੇ ਇਹਦਾ ਸੌਖਾ ਨਤੀਜਾ ਕੱਢਣਾ ਨਹੀਂ ਹੈ। ਇਹ ਬੜੇ ਬੜੇ ਵੱਡੇ ਥੰਮ ਡਿੱਗਣਗੇ, ਬੜੇ ਬਿਲਕੁਲ। ਬੜੇ ਵੱਡੇ ਜਿਹੜੇ ਅਸੀਂ ਕਹਿ ਸਕਦੇ ਕਿ ਨਤੀਜੇ ਇਹੋ ਜਿਹੇ ਹਾਲਾਂਕਿ ਹੋਣਗੇ, ਜਿਨ੍ਹਾਂ ਦੇ ਸੰਬੰਧੀ 10 ਮਾਰਚ ਨੂੰ ਹੀ ਚਰਚਾ ਕਰਨੀ ਵਾਜਬ ਹੋਏਗੀ। ਤੁਹਾਡੇ ਪ੍ਰਸ਼ਨ ਦਾ ਜਵਾਬ ਮੈਂ ਇਹੋ ਹੀ ਕਹਿ ਸਕਦਾ ਕਿ ਇਮਰਾਨ ਜੀ, ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਝੰਡਾ ਕਿਸੇ ਦਾ ਲਾਇਆ, ਡੰਡਾ ਕਿਸੇ ਦਾ ਲਾਇਆ, ਤੇ ਵੋਟ ਕਿਸੇ ਨੂੰ। ਬਿਲਕੁਲ ਬਿਲਕੁਲ ਬਿਲਕੁਲ। ਅਣਖੀ ਸਾਹਿਬ, ਜਿਹੜੇ ਸਿਆਸਤਦਾਨ ਨੇ, ਉਮੀਦਵਾਰ ਫੁਰਸਤ ਦੇ ਪਲ ਮਨਾ ਰਹੇ ਨੇ, ਤੇ ਸਭਨਾਂ ਦੇ ਵੱਲੋਂ ਜਿਹੜੇ ਵੋਟਰ ਨੇ, ਉਹਨਾਂ ਦੇ ਸਪੋਰਟਰ ਨੇ, ਉਹਨਾਂ ਦੇ ਟੀਮਾਂ ਨੇ, ਉਹਨਾਂ ਦੀਆਂ ਸਭਨੇ ਦੇ ਵੱਲੋਂ ਆਪਣੇ ਆਪਣੇ ਅੰਦਾਜ਼ ਦੇ ਵਿੱਚ ਸ਼ੁਕਰਾਨਾ ਕੀਤਾ, ਤਹਿ ਦਿਲੋਂ ਧੰਨਵਾਦ ਕੀਤਾ। ਤੇ ਇੱਥੇ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਦਿਲੋਂ ਧੰਨਵਾਦ ਕੀਤਾ ਤੇ ਟਵੀਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ। ਤੇ ਉਹਨਾਂ ਨੇ ਲਿਖਿਆ ਕਿ ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈਆਂ। ਤੇ ਨਾਲ ਲਿਖਿਆ ਥੈਂਕਸ ਟੂ ਐਵਰੀ ਵੋਟਰ ਐਂਡ ਸਪੋਰਟਰ। ਸੋ ਨਵਜੋਤ ਸਿੰਘ ਸਿੱਧੂ ਦੇ ਇਸ ਅੰਦਾਜ਼ ਬਾਰੇ, ਨਵਜੋਤ ਸਿੰਘ ਸਿੱਧੂ ਦੇ ਇਸ ਤਹਿ ਦਿਲੋਂ ਧੰਨਵਾਦ ਦੇ ਬਾਰੇ ਜਿਹੜਾ ਇਹਨਾਂ ਨੇ ਕੀਤਾ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਇੱਕ ਮਹੱਤਵਪੂਰਨ ਜਿਹੜੀ ਜੰਗ ਆ ਉਹ ਲੜਦੇ ਪਏ ਆ, ਕਿਉਂਕਿ ਉਹਨਾਂ ਦੇ ਸਾਹਮਣੇ ਇਸ ਵੇਲੇ ਬਿਕਰਮਜੀਤ ਸਿੰਘ ਮਜੀਠੀਆ ਖਲੋਤੇ ਨੇ, ਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਉਣ ਵਾਲੇ ਭਵਿੱਖ ਦੇ ਰੂਪ 'ਚ ਤੁਸੀਂ ਵੇਖ ਸਕਦੇ ਜੀ। ਜਿਸ ਤਰੀਕੇ ਨਾਲ ਕੱਲ੍ਹ ਦੀਆਂ ਵੀਡੀਓ ਵਾਇਰਲ ਹੋਈਆਂ, ਜਦੋਂ ਦੋਵੇਂ ਸਿਖਰ ਦੇ ਨੇਤਾ ਇੱਕ ਦੂਜੇ ਨੂੰ ਮਿਲੇ, ਇੱਕ ਦੂਜੇ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬੁਲਾਈ, ਤੇ ਬਾਅਦ ਦੇ ਵਿੱਚ ਕੁਝ ਵੀਡੀਓ ਇਦਾਂ ਦੇ ਵਾਇਰਲ ਹੋਏ ਜਿੱਥੇ ਫਿਰ ਉਹਨਾਂ ਦੇ ਹਉਮੈ ਦੋਵਾਂ ਨੇਤਾਵਾਂ ਦਾ ਜਿਹੜਾ ਜਾਗ ਪਿਆ। ਤੇ ਦੂਜੇ ਪਾਸੇ ਜਦੋਂ ਨਵਜੋਤ ਸਿੱਧੂ ਨੂੰ ਉਹਦੇ ਸੰਬੰਧੀ ਪੁੱਛਿਆ ਗਿਆ, ਤੇ ਉਹਨਾਂ ਦੇ ਜਿਹੜੇ ਸ਼ਬਦ ਸੀ, ਸ਼ਾਇਦ ਆਪਾਂ ਡਿਸਕਸ ਨਾ ਹੀ ਕਰੀਏ ਤੇ ਚੰਗਾ ਸੀ। ਖੈਰ, ਦੋਵੇਂ ਨੇਤਾ ਇੱਕ ਦੂਜੇ ਨੂੰ ਸਾਹਮਣੇ ਮਿਲੇ, ਪਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਸੁਰਤਾਲ ਸੀ ਉਹ ਬਦਲੀ ਹੋਈ ਨਜ਼ਰ ਆਈ। ਇਮਰਾਨ ਜੀ, ਚਲੋ ਜਿਹੜਾ ਅੱਜ ਟਵੀਟ ਜਿਹੜਾ ਨਵਜੋਤ ਸਿੱਧੂ ਉਹਨਾਂ ਨੇ ਦਿੱਤਾ, ਚੰਗੀ ਗੱਲ ਹੈ ਕਿ ਇਹੋ ਜਿਹਾ ਟਵੀਟ ਉਹਨਾਂ ਨੇ ਦਿੱਤਾ, ਜਿਹੜੇ ਵੀ ਸੰਬੰਧ ਵਿੱਚ ਪੰਜਾਬ ਦੇ ਵੋਟਰਾਂ ਦਾ ਉਹਨਾਂ ਨੇ ਧੰਨਵਾਦ ਕੀਤਾ। ਹਰ ਪਾਰਟੀ, ਹਰ ਵਿਅਕਤੀ, ਹਰ ਉਹ ਉਮੀਦਵਾਰ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰ ਰਿਹਾ ਕਿ ਜਿਨ੍ਹਾਂ ਨੇ ਇਸ ਲੋਕ ਪ੍ਰਕਿਰਿਆ ਦੇ, ਲੋਕਤੰਤਰ ਦੀ ਇਸ ਪ੍ਰਕਿਰਿਆ ਦੇ ਵਿੱਚ ਆਪਣਾ ਹਿੱਸਾ ਪਾਇਆ। ਔਰ ਮੈਂ ਸਭ ਤੋਂ ਵੱਡੀ ਵਧਾਈ ਜਿਹੜੀ ਆ ਪੰਜਾਬ ਦੇ ਵਾਸੀਆਂ ਨੂੰ ਦਿੰਦਾ, ਜਿਨ੍ਹਾਂ ਨੇ ਇਹ ਚੋਣਾਂ ਪੂਰੇ ਅਮਨੋ ਅਮਾਨ ਦੇ ਨਾਲ ਜਿਹੜੀਆਂ ਕੀਤੀਆਂ ਨੇ। ਤਾਂ ਨਵਜੋਤ ਸਿੱਧੂ ਦਾ ਇਹ ਟਵੀਟ ਜਿਹੜਾ ਪੰਜਾਬ ਦੇ ਵੋਟਰਾਂ ਦਾ ਧੰਨਵਾਦ, ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਵਧੀਆ ਗੱਲ ਆ ਕਿ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਆਪਣੇ ਟਵੀਟ ਤੇ ਪਾਈਆਂ। ਪਰ ਇਮਰਾਨ ਜੀ, ਜੇਕਰ ਚੰਗਾ ਹੁੰਦਾ ਕਿ ਜਦੋਂ ਇੱਕ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛ ਰਿਹਾ ਸੀ, ਤਾਂ ਇਹੋ ਜਿਹੀਆਂ ਗੱਲਾਂ, ਤੁਹਾਡੇ ਬੋਲ ਹੀ ਬੜੀ ਦੂਰ ਤੱਕ ਸਫ਼ਰ ਜਿਹੜਾ ਅਦਾ ਕਰਦੇ ਨੇ, ਤਾਂ ਥੋੜੇ ਜਿਹੇ ਬੋਲਾਂ 'ਚ ਥੋੜੀ ਜਿਹੀ ਹਲੀਮੀ ਆ ਜਾਂਦੀ। ਪਰ ਖੈਰ, ਉਹ ਦੋਵਾਂ ਪਾਸੇ ਧਿਰਾਂ, ਜਿਸ ਤਰ੍ਹਾਂ ਕਹਿੰਦੇ ਇੱਕ ਪੰਜਾਬੀ ਦਾ ਖਾਣ ਹੈਗਾ, ਮੀਆਂ ਵੀ ਗਰਮ ਤੇ ਮੀਆਂ ਦੀਆਂ ਗੋਲੀਆਂ ਵੀ ਗਰਮ। ਜੇ ਬਿਕਰਮ ਨੂੰ ਪੁੱਛੋ, ਉਹ ਵੀ ਅਜੇ ਵੀ ਆਪਣੀ ਉਸੇ ਟੋਨ 'ਚ ਬੋਲਦੇ ਆ, ਤਾਂ ਫਿਰ ਜਿਸ ਟੋਨ 'ਚ ਤੁਸੀਂ ਬੋਲਦੇ ਜੇ, ਨਵਜੋਤ ਸਿੱਧੂ ਦਾ ਜਵਾਬ ਵੀ ਉਸੇ ਟੋਨ ਦੇ ਵਿੱਚ ਆਉਣਾ ਸੀ, ਤੇ ਉਹ ਆਇਆ। ਉਹਨੇ ਕਹਿ ਕੇ ਸਿਖਾਉਣਾ ਆ, ਉਹਨੇ ਫਿਰ ਲੰਡੂ ਕਹਿ ਕੇ ਸੰਬੋਧਨ ਕਰਤਾ। ਤਾਂ ਇਹ ਗੱਲਾਂ ਚੱਲਦੀਆਂ ਰਹਿਣੀਆਂ ਨੇ, ਪਰ ਲੋਕਤੰਤਰੀ ਮਾਹੌਲ ਦੇ ਵਿੱਚ ਜਿਹੜੀ ਤਸਵੀਰ ਦੋਵਾਂ ਨੇਤਾਵਾਂ ਦੀ ਕੱਲ੍ਹ ਵੇਖਣ ਨੂੰ ਮਿਲੀ, ਉਹ ਸ਼ਲਾਘਾਯੋਗ ਹੋਊਗਾ। ਤੇ ਅੱਜ ਨਵਜੋਤ ਸਿੱਧੂ ਨੇ ਜੇਕਰ ਪੰਜਾਬ ਦੇ ਸਮੁੱਚੇ ਵੋਟਰਾਂ ਦਾ, ਅੰਮ੍ਰਿਤਸਰ ਪੂਰਬੀ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ, ਤਾਂ ਚੰਗੀ ਗੱਲ ਆ। ਬਾਕੀ ਲੋਕਾਂ ਦਾ ਫਤਵਾ ਕਿਸ ਹੱਕ 'ਚ ਗਿਆ ਜਾਂ ਕਿਹੜੀਆਂ ਸਥਿਤੀਆਂ ਬਣੀਆਂ ਨੇ, ਇਸ ਦਾ ਪਤਾ ਤਾਂ ਇਮਰਾਨ ਜੀ 10 ਮਾਰਚ ਨੂੰ ਲੱਗੇਗਾ। ਅੱਜ ਦਾ ਦਿਨ ਵੀ ਬੀਤ ਗਿਆ, ਕਿਉਂਕਿ ਨਵੀਂ ਜਨਰੇਸ਼ਨ, ਅਸੀਂ ਵੇਖਦੇ ਹਾਂ ਕਿ ਬੜੇ ਲੋਕਾਂ ਨੂੰ ਉਤਸੁਕਤਾ ਹੁੰਦੀ ਹੈ ਕਿ ਪਤਾ ਨਹੀਂ 20 ਫਰਵਰੀ ਦਾ ਦਿਨ ਕਿਸ ਤਰ੍ਹਾਂ ਦਾ ਹੋਣਾ ਸੀ, ਉਹ ਵੀ ਲੰਘ ਗਿਆ। ਹੁਣ ਜਿਹੜਾ ਹੈਗਾ ਦਿਨ 10 ਮਾਰਚ ਦਾ ਵੀ ਬੀਤ ਜਾਣਾ। ਜੇ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹਿੰਦੇ ਆ ਕਿ ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਹਮੇਸ਼ਾ ਚਲੋ ਗੁਰਬਾਣੀ 'ਚ ਵੀ ਲਿਖਿਆ ਨੀਵੇਂ ਸੋ ਗੌਰਾ ਹੋਏ, ਕੋਈ ਫਰਕ ਨਹੀਂ ਪੈਂਦਾ ਜੇਕਰ ਬੰਦਾ ਨੀਵਾਂ ਹੋ ਕੇ ਚੱਲ ਕੇ ਆਪਣੇ ਕਿਸੇ ਮੁਕਾਮ ਤੇ ਪਹੁੰਚਦਾ, ਕਿਉਂਕਿ ਬੋਲਾਂ ਦੀ ਲੜਾਈ ਜਾਂ ਕਿਸੇ ਤਰੀਕੇ ਦੀ ਕੁਝ ਸਮੇਂ ਤੱਕ ਹੁੰਦੀ ਹੈ। ਇਮਰਾਨ,
ਬਾਅਦ ਦੇ ਵਿੱਚ ਸਮਝ ਲੱਗਦੀ ਕਿ ਕੁਝ ਵੀ ਨਹੀਂ ਹੈ। ਖੈਰ ਇਹ ਕੋਈ ਜ਼ਿਆਦਾ ਵਿਸ਼ਾ ਮੇਰਾ ਉਹ ਪਾਸੇ ਜਾ ਰਿਹਾ। ਬਿਲਕੁਲ ਜੀ ਅਮਰਾਜ ਜੀ ਬਿਲਕੁਲ ਅਣਖੀ ਸਰ। ਸੋ ਇਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਤਾਂ ਕਿਹਾ ਗਿਆ ਕਿ ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈਆਂ, ਪਰ ਜਿਹਦੀ ਉਹ ਵੀਡੀਓ ਸੀ, ਇਹ ਟਵੀਟ ਅਸੀਂ ਜਿਹੜੇ ਦਰਸ਼ਕਾਂ ਨੂੰ ਵੀ ਦਿਖਾ ਰਹੇ ਹਾਂ, ਇੱਕ ਵਾਰ ਦਰਸ਼ਕਾਂ ਨੂੰ ਵੀ ਦਿਖਾ ਦਿੰਦੇ ਹਾਂ ਕਿ ਜਿਹੜਾ ਉੱਤੇ ਸ਼ਬਦ ਲਿਖੇ ਹੋਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈਆਂ। ਧੰਨਵਾਦ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਟਵੀਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ। ਇਹ ਵਰਤੀ ਗਈ ਹੈ ਜਿਹੜੀ ਸ਼ਬਦਾਵਲੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਜੀ ਅਣਖੀ ਸਾਹਿਬ, ਜਿਵੇਂ ਚਲੋ ਅਸੀਂ ਟਵੀਟ ਦੀ ਗੱਲ ਕੀਤੀ ਆ, ਨਵਜੋਤ ਸਿੰਘ ਸਿੱਧੂ ਦੇ ਇਹਨਾਂ ਸ਼ਬਦਾਂ ਦੀ ਗੱਲ ਕੀਤੀ ਆ, ਤੇ ਗੱਲ ਕੀਤੀ ਜਾਵੇ ਨੀਵਿਆਂ ਦੀ ਜਿਹੜੀ ਗੱਲ ਕਰ ਰਹੇ ਨੇ, ਜਦੋਂ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਪਸ ਦੇ ਵਿੱਚ ਉੱਥੇ ਮਿਲਦੇ ਨੇ, ਉੱਥੇ ਵੀ ਨੀਵੇਂ ਹੋ ਕੇ ਇੱਕ ਦੂਜੇ ਦੇ ਵੱਲੋਂ ਫਤਿਹ ਜ਼ਰੂਰ ਬੁਲਾਈ ਜਾਂਦੀ ਆ, ਪਰ ਵਿਕਰਮ ਮਜੀਠੀਆ ਬਾਅਦ ਦੇ ਵਿੱਚ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਨੇ। ਕਹਿੰਦੇ ਮੈਂ ਤਾਂ ਚੈੱਕ ਕਰਨਾ ਸੀ ਉਹਨਾਂ ਦੀ ਗਰਦਨ ਨੀਵੀਂ ਹੁੰਦੀ ਵੀ ਆ ਜਾਂ ਨਹੀਂ ਹੁੰਦੀ, ਉਹਨਾਂ ਦੀ ਗਰਦਨ ਝੁਕਦੀ ਵੀ ਆ ਜੀ ਨਹੀਂ, ਕਹਿੰਦੇ ਉਹਨਾਂ ਦੇ ਗਰਦਨ ਦੇ ਵਿੱਚ ਕੀਲਾ ਫਸਿਆ ਹੋਇਆ, ਮੈਂ ਤਾਂ ਚੈੱਕ ਹੀ ਕਰ ਰਿਹਾ ਸੀ ਉਹਨਾਂ ਨੂੰ। ਅਮਰਾਜ ਜੀ ਚਲੋ ਇਹੋ ਜਿਹੇ ਜਿਹੜੇ ਸਵਾਲ ਜਾਂ ਤਮਝਾਂ ਜਿਹੜੀਆਂ ਹੁੰਦੀਆਂ ਨੇ ਇਹ ਨਹੀਂ ਕਰਦੀਆਂ ਚਾਹੀਦੀਆਂ। ਖੈਰ ਸਾਨੂੰ ਇਸ ਮੁੱਦੇ ਤੇ ਜ਼ਿਆਦਾ ਡਿਸਕਸ ਨਾ ਹੀ ਕਰੀਏ, ਕਿਉਂਕਿ ਕਈ ਵਾਰੀ ਮੀਡੀਆ ਤੇ ਇਲਜ਼ਾਮ ਲੱਗਦਾ ਕਿ ਅਸੀਂ ਸ਼ਾਇਦ ਇਹਨਾਂ ਨੇਤਾਵਾਂ ਦੀਆਂ ਜਾਨ ਬੁੱਝ ਕੇ ਉਛਾਲਦੇ ਆ ਕਿੱਲਾ ਕਿਹਦੀ ਪਹੁੰਚ ਫਸਿਆ ਜਾਂ ਨਹੀਂ ਹੈਗਾ। ਇਹਨੂੰ ਛੱਡ ਕੇ ਕੋਈ ਹੋਰ ਸਵਾਲ ਤੇ ਆਪਾਂ ਬਿਲਕੁਲ ਅਣਖੀ ਸਾਹਿਬ, ਇਹ ਸਿਰਫ ਇਸ ਕਰਕੇ ਸੀ ਕਿ ਕਹਿਣੀ ਦੇ ਕਥਨੀ ਦੇ ਵਿੱਚ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ, ਕਿਉਂਕਿ ਇੱਕ ਪਾਸੇ ਤਾਂ ਫਤਿਹ ਬੁਲਾ ਕੇ ਮਿਲਦੇ ਨੇ ਤੇ ਦੂਜੇ ਪਾਸੇ ਫਤਿਹ ਬੁਲਾ ਕੇ ਜਦੋਂ ਮਿਲਦੇ ਨੇ ਨਾਲ ਦੀ ਨਾਲ ਅਜਿਹੇ ਬਿਆਨ ਦੇ ਜਾਂਦੇ ਨੇ, ਇਸ ਕਰਕੇ ਇਹ ਇੱਥੇ ਸਵਾਲ ਲੈਣਾ ਵਾਜਿਬ ਸਮਝਿਆ। ਸੋ ਅਣਖੀ ਸਾਹਿਬ, ਜਿਵੇਂ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੀ ਅਸੀਂ ਗੱਲ ਕਰੀ ਆ ਤੇ ਟੱਕਰ ਫਸਵੀਂ ਸੀ, ਉੱਥੇ ਸਭ ਦੀਆਂ ਨਜ਼ਰਾਂ ਵੀ ਉਸੇ ਸੀਟ ਦੇ ਉੱਤੇ ਸੀ, ਅੰਮ੍ਰਿਤਸਰ ਪੂਰਬੀ ਤੇ, ਪਰ ਅੰਮ੍ਰਿਤਸਰ ਸੀਟ ਜਿਹੜੀ ਪੂਰਬੀ ਸੀਟ ਦੇ ਉੱਤੇ ਜਿਹੜੀ VOTING % ਆ ਉੱਥੇ ਵੀ ਬਹੁਤ ਘਟੀ ਆ, ਤੇ ਉਸ ਦਾ ਕਾਰਨ ਕੀ ਮੰਨਦੇ ਹੋ, ਤੇ ਉਸ ਦਾ ਨੁਕਸਾਨ ਕਿਸ ਨੂੰ ਹੋ ਸਕਦਾ ਆ? ਕਿ ਵਿਕਰਮ ਮਜੀਠੀਆ ਨੂੰ ਨੁਕਸਾਨ ਹੋ ਸਕਦਾ, ਜਾਂ ਫਿਰ ਇਸ ਦਾ ਨੁਕਸਾਨ ਨਵਜੋਤ ਸਿੰਘ ਸਿੱਧੂ ਨੂੰ ਹੋ ਸਕਦਾ, ਤੇ ਜਾਂ ਫਿਰ ਇਸ ਦਾ ਫਾਇਦਾ ਕੋਈ ਹੋਰ ਲੈ ਕੇ ਜਾ ਸਕਦਾ? ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਉੱਥੋਂ ਜੀਵਨ ਜੋਤ ਨੇ ਉਹ ਕਹਿੰਦੇ ਨੇ 2 ਸਾਲਾਂ ਦੇ ਭੇੜ ਹੋ ਗਏ, ਕਹਿੰਦੇ ਫਾਇਦਾ ਤਾਂ ਅਸੀਂ ਲੈ ਜਾਾਂਗੇ ਇਸ ਦੇ ਵਿੱਚ। ਬੜਾ ਮਹੱਤਵਪੂਰਨ ਅਮਰਾਨ ਤੇਰਾ ਪ੍ਰਸ਼ਨ ਆ। ਇਹ ਪ੍ਰਸ਼ਨ ਤੁਸੀਂ ਮੈਨੂੰ ਪਹਿਲਾਂ ਕਰਦੇ ਜਿਹੜਾ ਉਹ ਵਿਕਰਮ ਮਜੀਠੀ ਦੇ ਸੰਬੰਧ ਚ ਕਰਨ ਤੋਂ ਪਹਿਲਾਂ ਇਹ ਪ੍ਰਸ਼ਨ ਜ਼ਿਆਦਾ ਦਲੀਲ ਵਾਲਾ ਜਾਂ ਇਸ ਦੇ ਉੱਤੇ ਜ਼ਿਆਦਾ ਚਰਚਾ ਕਰਨ ਦਾ ਜਿਹੜਾ ਉਹ ਮਨੋਰਥ ਹੈਗਾ। ਦੇਖੋ, ਵੋਟ ਪ੍ਰਤੀਸ਼ਤ ਉਸ ਹਲਕੇ ਤੋਂ ਘੱਟ ਹੋਈ ਜਿੱਥੇ ਪੰਜਾਬ ਦਾ ਸਮੁੱਚਾ ਵੋਟ ਜਿਹੜਾ ਨਜ਼ਰੋਂ ਲਾਈ ਗਿਆ। ਅਮਰਾਨ, ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਕੱਲ ਦਾ ਜਦੋਂ ਦੀਆਂ ਵੋਟਾਂ ਪਈਆਂ ਨੇ, ਲੋਕਾਂ ਨੇ ਇਹਨਾਂ ਦੋਵਾਂ ਨੇਤਾਵਾਂ ਨੂੰ ਵੀ ਨਜ਼ਰ ਅੰਦਾਜ਼ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿਉਂਕਿ ਕੱਲ ਸਵੇਰ ਤੋਂ ਲੈ ਕੇ ਜਦੋਂ ਮੈਂ ਇੱਕ ਏਜੰਸੀ ਦੇ ਨਾਲ ਬੈਠ ਕੇ ਗੱਲਬਾਤ ਕਰਦਾ ਪਿਆ ਸਾਂ ਤਾਂ ਕਿਤੇ ਵੀ ਪੰਜਾਬ ਦੇ ਲੋਕਾਂ ਨੇ ਇਹਨਾਂ ਦੋਵਾਂ ਨੇਤਾਵਾਂ ਦੇ ਸੰਬੰਧ ਦੇ ਵਿੱਚ ਕੋਈ ਗੱਲ ਹੀ ਨਹੀਂ ਕੀਤੀ। ਉਸ ਦਾ ਕਾਰਨ ਇਹ ਹੈ ਕਿਉਂਕਿ ਇਹਨਾਂ ਦੋਵਾਂ ਨੇਤਾਵਾਂ ਦੀ ਆਪਸੀ ਖਹਿਬਾਜ਼ੀ, ਆਪਸੀ ਰੰਜਿਸ਼ ਕਰਕੇ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਅਮਰਾਨ ਜੀ ਉਹ ਗਵਾਚ ਗਏ। ਤਾਂ ਉਹਨਾਂ ਮੁੱਦਿਆਂ ਨੂੰ ਗਵਾਚਣ ਦਾ ਜਿਹੜਾ ਸਿਹਰਾ ਆ, ਮੈਂ ਸਿਹਰਾ ਹੀ ਕਹਾਂਗਾ, ਦੋਵਾਂ ਦੇ ਸਿਰੇ ਵੱਜਦਾ ਬਹੁਤ ਮੁੱਦੇ ਸਨ ਕਿ ਜੇਕਰ ਨਵਜੋਤ ਸਿੱਧੂ ਦੇ ਮੁਕਾਬਲੇ ਵਿਕਰਮਜੀਤ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਨਾ ਖਲੋਤੇ ਤੇ ਸ਼ਾਇਦ ਉਹ ਮਾਝੇ ਦੀਆਂ ਸਾਰੀਆਂ ਸੀਟਾਂ ਤੇ ਦੌਰਾ ਕਰਦੇ। ਮੈਂ ਪੰਜਾਬ ਦੀ ਗੱਲ ਨਹੀਂ ਕੀਤੀ, ਸਾਰੀਆਂ ਸੀਟਾਂ ਤੇ ਦੌਰਾ ਕਰਦੇ ਤਾਂ ਸਥਿਤੀਆਂ ਅਕਾਲੀ ਦਲ ਦੀਆਂ ਕੁਝ ਹੋਰ ਹੁੰਦੀਆਂ। ਨਵਜੋਤ ਸਿੱਧੂ ਮੁੱਦੇ ਨਾ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਮੁੱਦਿਆਂ ਦੀ ਅਹਿਮ ਗੱਲਾਂ ਹੁੰਦੀਆਂ ਤੇ ਪੰਜਾਬ ਦਾ ਵੋਟਰ ਜਿਹੜਾ ਹੈ ਬੀਤੇ ਕਿਸਾਨੀ ਸੰਘਰਸ਼ ਦੌਰਾਨ ਇੰਨਾ ਕੁ ਸਮਝਦਾਰ ਹੋ ਗਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਲ ਕੇ ਹੀ 75-25 ਦਾ ਖੇਡ ਜਿਹੜਾ ਖੇਡਦੇ ਆ। ਤੇ ਦੂਜੇ ਪਾਸੇ ਜਿਹੜੀਆਂ ਫੋਟੋਆਂ ਸਾਹਮਣੇ ਆਈਆਂ ਉਹਨਾਂ ਨੇ ਹੋਰ ਜਿਹੜੀ ਇਹਨਾਂ ਦੋਵਾਂ ਨੇਤਾਵਾਂ ਦੀ ਜਿਹੜੀ ਆਪਸੀ ਭੇਦ ਸੀ ਉਹਨਾਂ ਨੂੰ ਵੀ ਉਜਾਗਰ ਕਰ ਦਿੱਤਾ। ਤਾਂ ਅੰਮ੍ਰਿਤਸਰ ਇਹ ਪੰਜਾਬ ਦਾ ਮੈਟਰੋਪੋਲੀਟਨ ਸਿਟੀ ਆਪਾਂ ਮੰਨਦੇ ਹਾਂ, ਬੜਾ ਸੂਝਵਾਨ ਵੋਟਰ, ਲੋਕਾਂ ਨੂੰ ਵੀ ਪਤਾ ਕਿ ਵਿਕਰਮਜੀਤ ਸਿੰਘ ਮਜੀਠੀਆ ਜੇਕਰ ਉਸ ਹਲਕੇ ਤੋਂ ਆਏ ਨੇ ਤਾਂ ਕੇਵਲ ਉਹ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਨਹੀਂ ਇਕੱਲਾ ਆਇਆ, ਬਲਕਿ ਉਹਦੇ ਪਿੱਛੇ 3-4 ਤਾਕਤਾਂ ਹੋਰ ਨੇ। ਪੰਜਾਬ ਦਾ ਵੋਟ, ਮਾਫ ਕਰਨਾ, ਉਸ ਹਲਕੇ ਦਾ ਵੋਟਰ ਇਸ ਗੱਲ ਨੂੰ ਸਮਝਦਾ ਆ। ਤਾਂ ਇਹਦਾ ਨੁਕਸਾਨ ਨਵਜੋਤ ਸਿੱਧੂ ਨੂੰ ਨਹੀਂ ਹੋਇਆ ਜਿੰਨਾ ਨੁਕਸਾਨ ਵਿਕਰਮ ਮਜੀਠੀਆ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਜ਼ਰ ਆਉਂਦਾ, ਕਿਉਂਕਿ ਨਵਜੋਤ ਸਿੱਧੂ ਦੇ ਉਸ ਖੇਤਰ ਵਿੱਚ ਆ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਆਪ ਨੂੰ ਉਸ ਖੇਤਰ ਤੱਕ ਸੀਮਿਤ ਕਰ ਲਿਆ। ਜਿਸ ਤਰੀਕੇ ਦੀ ਇਮੇਜ ਕਥਿਤ ਤੌਰ ਤੇ
ਮੈਂ ਕਥਾ ਤੌਰ ਤੇ ਨਹੀਂ ਗੱਲ ਕਹੀ, ਇਹ ਬਿਕਰਮਜੀਤ ਸਿੰਘ ਮਜੀਠੀ ਉਹਨਾਂ ਦੀ ਪੰਜਾਬ ਦੇ ਲੋਕਾਂ 'ਚ ਬਣੀ ਆ। ਤੇ ਜਿਸ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਸ਼ਖਸੀਅਤ ਜਿਹੜੀ ਆ ਪੰਜਾਬ ਦੇ ਲੋਕਾਂ 'ਚ ਪ੍ਰਚਲਿਤ ਆ, ਇਮਰਾਨ ਜੀ ਸਾਫ਼ ਜ਼ਾਹਿਰ ਹੈ ਇਸੇ ਕਰਕੇ ਹੀ ਇਸ ਖੇਤਰ ਦੇ ਵਿੱਚ ਜਿਹੜੀ ਪੋਲਿੰਗ ਹੈ, ਇਸ ਆਪਣੇ ਇਸ ਖੇਤਰ ਜਿਹੜਾ ਇਹ ਹਲਕਾ ਪੋਲਿੰਗ ਜਿਹੜੀ ਘੱਟ ਹੋਈ ਹੈ। ਕਿਉਂਕਿ ਜੇ ਵਾਕਿਆ ਹੀ ਲੋਕ ਦੋਵਾਂ ਧਿਰਾਂ ਦੇ ਵਿੱਚੋਂ ਦੋਵਾਂ ਨੇਤਾਵਾਂ ਦੇ ਨਾਲ ਕਿਸੇ ਇੱਕ ਨਾਲ ਨਿੱਤਰ ਕੇ ਤੁਰੇ ਹੁੰਦੇ ਤਾਂ ਸ਼ਾਇਦ ਫਿਰ ਪੋਲਿੰਗ ਦੇ ਜਿਹੜੀ ਪ੍ਰਤੀਸ਼ਤ ਬਹੁਤ ਵਧੀ ਹੁੰਦੀ। ਤੇ ਜੀਵਨ ਜੋਤ ਦੀ ਤੁਸੀਂ ਗੱਲ ਕਰ ਰਹੇ ਜੀ, ਜੀਵਨ ਜੋਤ ਵਾਕਿਆ ਹੀ ਉਹ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਕੀਤੀ ਚਰਚਾਵਾਂ ਨੇ, ਲੋਕ ਵੋਟਰ ਜਿਹੜੇ ਨੇ ਬਹੁਤ ਜ਼ਿਆਦਾ ਸਮਝਦਾਰ ਇਸ ਕਿਸਾਨੀ ਅੰਦੋਲਨ ਨੇ ਕਰ ਦਿੱਤੇ ਨੇ। ਸ਼ਾਇਦ ਲੋਕਾਂ ਨੇ ਇਹ ਫੈਸਲਾ ਹੀ ਕਰ ਲਿਆ ਹੋਵੇ ਕਿ ਨਾ ਹੀ ਨਵਜੋਤ ਸਿੱਧੂ ਨੂੰ ਵੋਟ ਪਾਉਣੀ ਆ ਤੇ ਨਾ ਹੀ ਬਿਕਰਮ ਮਜੀਠੀ ਨੂੰ ਪਾਉਣੀ ਆ, ਆਪਾਂ ਜੀਵਨ ਜੋਤ ਨੂੰ ਪਾ ਦਿੰਦੇ ਆ। ਇਹ ਸਭ ਮੈਂ ਹਾਈਪੋਥੀਸਿਸ ਦੱਸ ਰਿਹਾ, ਇਹ ਮੇਰਾ ਨਤੀਜਾ ਨਹੀਂ ਹੈ। ਤੇ ਸੋ ਕਹਿਣ ਦਾ ਅਰਥ ਹੈ ਕਿ ਜਦੋਂ ਦੋ ਸਾਲਾਂ ਦੇ ਭੇੜ ਭਿੜਦੇ ਹੋਣ ਤੇ ਲੋਕਾਂ ਹੁਣ ਟਾਈਮ ਲੰਘ ਗਿਆ। ਇਮਰਾਨ ਜੀ ਜਦੋਂ ਲੋਕ ਤਮਾਸ਼ਾ ਵੇਖਦੇ ਸੀ, ਹੁਣ ਲੋਕ ਕਹਿੰਦੇ ਆ ਠੀਕ ਆ ਇਹਨਾਂ ਨੂੰ ਲੜ ਮਰਨ ਦਿਓ, ਅਸੀਂ ਤਾਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ, ਆਉਣ ਵਾਲੀਆਂ ਜਨਰੇਸ਼ਨ ਨੂੰ ਸੁਰੱਖਿਅਤ ਕਰਨਾ। ਤਾਂ ਸੋ ਉਸ ਸੰਦਰਭ 'ਚ ਲੋਕਾਂ ਦਾ ਫਤਵਾ ਪਤਾ ਨਹੀਂ ਕਿਹਦੇ ਹੱਕ 'ਚ ਚਲੇ ਜਾਣਾ। ਜੀਵਨ ਜੋਤ ਦੇ ਹੱਕ 'ਚ ਵੀ ਜਾ ਸਕਦਾ, ਨਵਜੋਤ ਸਿੱਧੂ ਦੇ ਹੱਕ 'ਚ ਵੀ ਜਾ ਸਕਦਾ ਤੇ ਬਿਕਰਮਜੀਤ ਮਜੀਠੀ ਦੇ ਹੱਕ ਵੀ ਜਾ ਸਕਦਾ। ਪਰ ਜਿਸ ਤਰੀਕੇ ਨਾਲ ਤੁਸੀਂ ਵੋਟਾਂ ਦੀ ਪ੍ਰਤੀਸ਼ਤ ਗਿਣਾ ਰਹੇ ਜੇ, ਉਹ ਸੀਟ ਦੇ ਉੱਤੇ ਜਿਹਦੇ ਉੱਤੇ ਪੰਜਾਬ ਦੀਆਂ ਸਾਰੀਆਂ 64% ਜਿਹੜੀ VOTING ਹੋਈ ਆ ਪੂਰਬੀ ਸੀਟ ਦੇ ਉੱਤੇ ਜੀ 64% ਜਿਸ ਤਰੀਕੇ ਨਾਲ ਤੁਸੀਂ ਪ੍ਰਤੀਸ਼ਤ ਗਿਣਾ ਰਹੇ ਜੀ, ਮੇਰਾ ਨਹੀਂ ਖਿਆਲ ਕਿ ਲੋਕਾਂ ਨੇ ਬਹੁਤ ਜ਼ਿਆਦਾ ਤਕੜਾ ਫਤਵਾ ਜਿਹੜਾ ਕਿਸੇ ਹੱਕ 'ਚ ਦਿੱਤਾ ਹੋਵੇ। ਨਤੀਜੇ ਇਸ ਸੀਟ ਤੋਂ ਵੀ ਬੜੇ ਹੈਰਾਨੀਜਨਕ ਹੋ ਸਕਦੇ ਨੇ। ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ, ਜਿਸ ਤਰੀਕੇ ਨਾਲ ਵੋਟਾਂ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦੇ ਇੱਕ ਹੀਰੋ ਜਾਂ ਇੱਕ ਨਾਇਕ ਬਣ ਕੇ ਉੱਭਰੇ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਇੱਕ ਸਰਲੱਥ ਯੋਧਾ ਬਣ ਕੇ ਉੱਭਰੇ, ਤੇ ਲੋਕਾਂ ਨੇ ਉਹ ਵੇਖਿਆ ਕਿ ਯਾਰ ਇਹ ਤਾਂ ਹੈ ਹੀ ਕੱਖ ਨਹੀਂ, ਬਸ ਐਵੇਂ ਡਰਾਮੇਬਾਜ਼ੀ ਹੈ। ਤਾਂ ਲੋਕਾਂ ਦਾ ਮਨ ਇਮਰਾਨ ਜੀ ਨਵਜੋਤ ਸਿੱਧੂ ਤੋਂ ਵੀ ਦੂਰ ਗਿਆ ਤੇ ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਤੋਂ ਵੀ ਦੂਰ ਗਿਆ, ਕਿਉਂਕਿ ਦੋਵਾਂ ਨੇਤਾਵਾਂ ਨੇ ਇਸ ਹਲਕੇ ਦੇ ਵਿੱਚ ਪੰਜਾਬ ਦੇ ਕਿਸੇ ਵੀ ਮੁੱਦੇ ਦੀ ਗੱਲ ਨਹੀਂ ਕੀਤੀ। ਉਹ ਮਜੀਠੀਆ ਸਾਹਿਬ ਮੁੱਛਾਂ ਨੂੰ ਤਾਰ ਦਿੰਦੇ ਰਹੇ ਤੇ ਸਿੱਧੂ ਸਾਹਿਬ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਰਹੇ। ਗੱਲ ਇਹ ਸੀ ਕਿ ਇਸ ਦੌਰ ਦੇ ਵਿੱਚ ਤੁਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ, ਲੋਕਾਂ ਨੂੰ ਆਪਣੇ ਨਾਲ ਬਿਲਕੁਲ ਇਉਂ ਲੱਗ ਰਿਹਾ ਸੀ ਅਣਖੀ ਸਾਹਿਬ ਕਿ ਜਿਵੇਂ ਨਿੱਜੀ ਲੜਾਈ ਲੜਦੇ ਹੁੰਨੇ ਆ, ਕੋਈ ਆਪਣੀ ਕੋਈ ਜਿਵੇਂ ਵੱਟਾਂ ਦਾ ਕੋਈ ਰੌਲਾ ਹੁੰਦਾ ਕਿ ਉਹ ਲੜਾਈ ਲੜਦੇ ਹੁੰਨੇ ਆ। ਇੱਕ ਕਹਿੰਦਾ ਮੁੱਛ ਦਾ ਸਵਾਲ ਆ, ਦੂਜਾ ਕਹਿੰਦਾ ਆ ਜਾ ਫਿਰ ਤੂੰ ਮੈਦਾਨ ਦੇ ਵਿੱਚ। ਲੋਕਾਂ ਦੇ ਮੁੱਦਿਆਂ ਦੀ ਤਾਂ ਗੱਲ ਹੀ ਨਹੀਂ ਹੋਈ, ਇਸ ਕਰਕੇ ਇਸ ਦੇ ਉੱਤੇ ਸੀਟ ਦੇ ਉੱਤੇ ਵੀ ਅਸਰ ਪੈਂਦਾ ਹੋਇਆ ਜ਼ਰੂਰ ਨਜ਼ਰ ਆਇਆ। ਅਣਖੀ ਸਾਹਿਬ ਗਿੱਦੜਵਾਹਾ ਸੀਟ ਦੀ ਗੱਲ ਕਰਨਾ ਚਾਹੂੰਗਾ ਇੱਥੇ, ਜਿੱਥੇ ਸਭ ਤੋਂ ਵੱਧ VOTING ਹੋਈ ਆ, 84% ਤੋਂ ਉੱਪਰ VOTING ਹੋਈ ਆ, ਲਗਭਗ 85% VOTING ਉੱਥੇ ਹੋਈ ਆ। ਤੇ ਜਿਸ ਸੀਟ ਦੇ ਉੱਤੇ ਹਾਲਾਂਕਿ ਹੌਟ ਸੀਟ ਨਹੀਂ ਮੰਨੀ ਜਾਂਦੀ ਸੀ ਉੱਥੇ, ਪਰ ਉੱਥੇ VOTING 85% ਹੋਣੀ ਆਪਣੇ ਆਪ ਦੇ ਵਿੱਚ ਵੱਡੀ ਖਬਰ ਬਣ ਜਾਂਦੀ ਹੈ। ਗਿੱਦੜਬਾਹਾ ਤੋਂ ਤੁਸੀਂ ਇੱਕ ਵਾਰੀ ਉਮੀਦਵਾਰ ਦਾ ਨਾਮ ਦੱਸੋ, ਸ਼ਾਇਦ ਉਮੀਦਵਾਰ ਹੋਣ ਤਾਂ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੀ, ਕੈਬਨਿਟ ਮੰਤਰੀ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਡਿੰਪੀ ਢਿੱਲੋਂ ਉਹਨਾਂ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਸੀ। ਹਰਦੀਪ ਸਿੰਘ ਡਿੰਪੀ ਢਿੱਲੋਂ। ਦੇਖੋ ਹੁਣ ਜਿਸ ਤਰੀਕੇ ਨਾਲ ਤੁਸੀਂ ਰਾਜਾ ਵੜਿੰਗ ਦੀ ਗੱਲ ਕੀਤੀ ਔਰ ਦੂਜੇ ਪਾਸੇ ਡਿੰਪੀ ਢਿੱਲੋਂ ਦੀ ਗੱਲ ਕਰਦੇ ਪਏ ਜੇ, ਤੇ ਜੇਕਰ ਸਭ ਤੋਂ ਜ਼ਿਆਦਾ ਪੋਲਿੰਗ ਹੋਈ ਆ ਤੇ ਅਸੀਂ ਉਸ ਸੰਦਰਭ 'ਚ ਵੇਖੀਏ ਕਿ ਲੋਕ ਰਾਜਾ ਵੜਿੰਗ ਨੂੰ ਬਦਲਣ ਦੇ ਮੂਡ ਦੇ ਵਿੱਚ ਨੇ, ਜਿਸ ਤਰੀਕੇ ਨਾਲ ਆਮ ਲੋਕ ਗੱਲਾਂ ਕਰਦੇ ਨੇ, ਤਾਂ ਇਹ ਵੀ ਗੱਲ ਆਪਣੇ ਇਮਰਾਨ ਜੀ ਕਿਸੇ ਪੱਖ ਤੋਂ ਠੀਕ ਲੱਗਦੀ ਹੈ। ਕਿਉਂਕਿ ਡਿੰਪੀ ਢਿੱਲੋਂ ਨੂੰ ਜਿਸ ਤਰੀਕੇ ਨਾਲ ਸਮਰਥਨ ਕਾਂਗਰਸ ਦੇ ਹੀ ਕਈ ਮੰਤਰੀਆਂ ਦਾ ਸੀ, ਮੈਂ ਨਾਮ ਨਹੀਂ ਲੈਂਦਾ, ਕਿਸੇ ਮੰਤਰੀਆਂ ਦਾ ਸੀ, ਤੇ ਜਿਹਦੇ ਸੰਬੰਧੀ ਰਾਜਾ ਵੜਿੰਗ ਨੇ ਬੜੇ ਮਹੱਤਵਪੂਰਨ ਸ਼ਬਦਾਂ ਦੇ ਵਿੱਚ ਨਾਮ ਲੈ ਕੇ ਵੀ ਇੰਨੀ ਗੱਲ ਕੀ ਸੀ ਕਿ ਇੱਕ ਪਰਿਵਾਰ ਜਿਹੜਾ ਪੂਰਨ ਤੌਰ ਤੇ ਇਕੱਠਾ ਹੋ ਚੁੱਕਾ ਤੇ ਮੈਨੂੰ ਹਰਾਉਣ ਦੇ ਮੂਡ 'ਚ ਆ। ਇਹ ਇੱਕ ਗੱਲ ਹੈਗੀ ਹੈ। ਤਾਂ ਉਸ ਪੱਖ ਤੋਂ ਤੇ ਜੇਕਰ ਅਸੀਂ ਗੱਲ ਕਰੀਏ ਕਿ ਹੋ ਸਕਦਾ ਕਿ ਇਹ ਇਸ ਪੱਖ ਤੋਂ ਜ਼ਿਆਦਾ ਪੋਲਿੰਗ ਜਿਹੜੀ ਹੋ ਗਈ ਹੋਵੇ। ਇੱਕ ਹੋਰ ਅਣਖੀ ਸਾਹਿਬ ਇੱਥੇ ਗੱਲ ਸਾਹਮਣੇ ਆਉਂਦੀ ਆ, ਕਿਉਂਕਿ ਇੱਕ ਕਿਸਾਨੀ ਅੰਦੋਲਨ ਦੇ ਵਿੱਚ ਨਿਕਲਿਆ ਹੋਇਆ ਚਿਹਰਾ ਉਹ ਵੀ ਗਿੱਦੜਵਾਹਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੇ ਆ ਉਹ ਨੌਜਵਾਨ। ਗੁਰਪ੍ਰੀਤ ਸਿੰਘ ਕੋਟਲੀ ਜਿਨ੍ਹਾਂ ਦਾ ਨਾਮ ਆ, ਉਸ ਦੇ ਕਰਕੇ ਵੀ ਵੋਟ ਪਰਸੈਂਟੇਜ ਇੱਥੇ ਵਧੀ ਹੋਈ ਨਜ਼ਰ ਆ ਸਕਦੀ ਹੈ। ਤੁਸੀਂ ਮੇਰਾ ਜਵਾਬ ਤੁਸੀਂ ਸੁਣਿਆ ਨਹੀਂ, ਮੈਂ ਅੱਗੇ ਗੱਲ ਲਗਾ ਸਾਂ ਇਸੇ ਪਾਸੇ ਲਗਾ ਹੋਣਾ। ਤਾਂ ਜ਼ਰੂਰੀ ਨਹੀਂ ਹੈ ਕਿ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਡਿੰਪੀ ਢਿੱਲੋਂ ਨੂੰ ਕਿਸੇ
ਕਿਸੇ ਪਰਿਵਾਰ ਦਾ, ਰਾਜਸੀ ਪਰਿਵਾਰ ਦਾ ਜਿਹੜਾ ਪੰਜਾਬ ਦੇ ਉੱਤੇ ਬੀਤੇ ਲੰਮੇ ਸਮੇਂ ਤੋਂ ਕਾਬਜ਼ ਹੈ, ਉਹਦਾ ਸਮਰਥਨ ਪ੍ਰਾਪਤ ਹੋਵੇ। ਕਿਉਂਕਿ ਯਾਰ ਜਿਹੜੀ ਚੋਣ ਆ ਅਮਰਾਜ ਜੀ, ਇਹ ਹਲਕਾ ਵਾਈਜ਼ ਲੜੀ ਗਈ ਹੈ। ਯਾਰ ਹਲਕਿਆਂ ਦੇ ਚਿਹਰਿਆਂ ਦੇ ਵਿੱਚ ਕਈ ਵਾਰੀ ਚਿਹਰੇ ਪਛਾਣੇ ਗਏ ਨੇ, ਕਿਹੜੇ ਚਿਹਰੇ ਤੇ ਤੁਸੀਂ ਲੋਕਾਂ ਨੇ ਜ਼ਿਆਦਾ ਵਿਸ਼ਵਾਸ ਕਰਨਾ। ਤੇ ਦੇਖੋ, ਰਾਜਾ ਵੜਿੰਗ ਵੱਲੋਂ ਬੀਤੇ ਜਦੋਂ ਦੇ ਉਹ ਮੰਤਰੀ ਬਣੇ ਨੇ, ਰਾਜਾ ਵੜਿੰਗ ਦੇ ਜਿਹੜੇ ਕੰਮ ਕੀਤੇ ਨੇ, ਉਹ ਰਾਜਾ ਵੜਿੰਗ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਚਰਚਿਤ ਰਹੇ ਨੇ, ਜਿੱਥੋਂ ਤੱਕ ਮੇਰੀ ਆਪਣੀ ਨਿੱਜੀ ਰਾਏ ਹੈ, ਮੈਂ ਇਹ ਗੱਲ ਪਹਿਲਾਂ ਕਹਿੰਦਾ ਕਿ ਇਸ ਪਲੇਟਫਾਰਮ ਤੋਂ ਮੈਂ ਲੋਕਨਾਥ ਜਾਂ ਆਪਣਾ ਮਾਫ ਕਰਦਾ ਕਿ ਸ਼੍ਰੋਮਣੀ ਕਾਂਗਰਸ ਦਾ ਬੁਲਾਰਾ ਬਣ ਕੇ ਰਾਜਾ ਵੜਿੰਗ ਦਾ ਬੁਲਾਰਾ ਬਣ ਕੇ ਗੱਲ ਨਹੀਂ ਕਰ ਰਿਹਾ, ਪਰ ਬੀਤੇ 111 ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨੇ ਕੰਮ ਕੀਤੇ ਆ ਆਪਣੇ ਟਰਾਂਸਪੋਰਟ ਮਹਿਕਮੇ ਦੇ ਵਿੱਚ, ਤਾਂ ਕੁਦਰਤੀ ਤੌਰ ਤੇ ਉਹਦੇ ਵਾਸਤੇ ਜਾਂ ਉਹਦੇ ਖਿਲਾਫ ਜੰਗ ਲੜਨ ਵਾਲਿਆਂ ਨੂੰ ਬਹੁਤ ਵੱਡੇ ਪੱਧਰ ਤੇ ਤਿਆਰੀ ਜਿਹੜੀ ਕਰਨੀ ਪਏਗੀ। ਉਹਨੂੰ ਹਰਾਉਣਾ ਏਡਾ ਸੌਖਾ ਨਹੀਂ ਹੋਵੇਗਾ, ਇਹ ਗੱਲ ਮੈਂ ਕਰ ਰਿਹਾ। ਦੂਸਰੇ ਬੰਨੇ ਡਿੰਪੀ ਢਿੱਲੋਂ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ ਇੰਨੀ ਗੱਲ ਕਹੀ ਕਿ ਉਹਨਾਂ ਦੇ ਪਿੱਛੇ ਇੱਕ ਪਰਿਵਾਰ ਜਿਹੜਾ ਪੂਰਨ ਤੌਰ ਤੇ ਜਿਹੜਾ ਮੌਜੂਦਾ 2007 ਤੋਂ ਲੈ ਕੇ 2017 ਤੱਕ ਰਿਹਾ, ਉਹ ਪਰਿਵਾਰ ਉਹਨੂੰ ਹਰਾਉਣ 'ਚ ਤੁਰਿਆ, ਇਹ ਵੀ ਗੱਲ ਹੈਗੀ ਹੈ। ਪਰ ਉਹਦੇ ਬਾਵਜੂਦ ਰਾਜਾ ਵੜਿੰਗ ਦੀ ਸਥਿਤੀ ਆਪਣੇ ਹਲਕੇ 'ਚ, ਗਿੱਦੜਬਾਹਾ ਹਲਕੇ 'ਚ ਇੰਨੀ ਕਮਜ਼ੋਰ ਤੁਸੀਂ ਨਹੀਂ ਸਮਝ ਸਕਦੇ। ਹੁਣ ਤੀਜਾ ਗੁਰਪ੍ਰੀਤ ਕੋਟਲੀ ਦੀ ਗੱਲ ਕਰ ਰਹੇ, ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੇ, ਤਾਂ ਕੁਦਰਤੀ ਤੌਰ ਤੇ ਨੌਜਵਾਨ ਚਿਹਰਾ ਨੇ, ਉਸੇ ਤਰੀਕੇ ਦਾ ਨੌਜਵਾਨ ਚਿਹਰਾ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ, ਤਾਂ ਸਮੀਕਰਨ ਇਹ ਵੀ ਬਦਲ ਸਕਦੇ ਆ ਕਿ ਡਿੰਪੀ ਢਿੱਲੋਂ ਵੀ ਪਛੜ ਜਾਣ ਤੇ ਦੂਜੇ ਪਾਸੇ ਰਾਜਾ ਵੜਿੰਗ ਵੀ ਪਛੜ ਜਾਣ। ਸ਼ਾਇਦ ਉਸੇ ਨਵੇਂ ਚਿਹਰੇ ਨੂੰ ਅੱਗੇ ਲਿਆਉਣ ਕਰਕੇ ਹੀ ਲੋਕਾਂ ਨੇ ਇੰਨੀ ਵੱਡੇ ਪੱਧਰ ਤੇ ਜਿਹੜੀ ਪੋਲਿੰਗ ਜਿਹੜੀ ਆ ਉਹ ਕੀਤੀ ਹੋਵੇ। ਕਿਉਂਕਿ ਕਈ ਵਾਰੀ ਇਮਰਾਨ ਜੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਲੋਕ ਬੀਤੇ ਦੌਰ 'ਚ ਕੁਝ ਚਿਹਰਿਆਂ ਨੂੰ ਇੱਕ ਨਾਇਕ ਮੰਨ ਕੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਕਰਦੇ ਨੇ, ਪਰ ਜਿਹੜੀ ਵੋਟ ਪ੍ਰਤੀਸ਼ਤ ਦੀ ਤੁਸੀਂ ਗੱਲ ਕਰ ਰਹੇ ਜੀ, ਉਹ ਵੋਟ ਪ੍ਰਤੀਸ਼ਤ ਬਹੁਤ ਕੁਝ ਇਹੋ ਜਿਹਾ ਦਰਸਾਉਂਦੀ ਆ ਜਿਹਦੇ ਨਾਲ ਨਤੀਜੇ ਜਿਹੜੇ ਹੈਰਾਨੀਜਨਕ ਹੋ ਸਕਦੇ ਆ। ਸ਼ਾਇਦ ਤੁਸੀਂ ਮੈਨੂੰ ਇੱਕ ਪ੍ਰਸ਼ਨ ਪੁੱਛਿਆ ਨਹੀਂ, ਪਰ ਉਹ ਪ੍ਰਸ਼ਨ ਮੈਂ ਆਪ ਹੀ ਨਾਲ ਜੋੜ ਦਿੰਦਾ। ਹਲਕਾ ਅਮਰਗੜ੍ਹ ਦੀ ਜਿਹੜੀ ਗੱਲ ਆ, ਹਲਕਾ ਅਮਰਗੜ੍ਹ ਤੋਂ ਸੁਮਿਤ ਸਿੰਘ ਕਾਂਗਰਸ ਦੇ ਉਮੀਦਵਾਰ ਸੀ। ਸੁਮਿਤ ਸਿੰਘ ਇੱਕ ਪੂਰਨ ਪਕੜ ਦੇ ਨਾਲ ਜਿਹੜੀ ਆ ਉਹ ਉੱਥੇ ਆਪਣੀ ਚੋਣ ਮੁਹਿੰਮ ਨੂੰ ਪਖਾ ਕੇ ਚੱਲਦੇ ਪਈ ਸੀ। ਪਰ ਅਖੀਰਲੇ ਦੌਰ ਦੇ ਵਿੱਚ ਦੋ ਗੱਲਾਂ ਜਿਹੜੀਆਂ ਸਾਹਮਣੇ ਆਈਆਂ। ਸਿਮਰਨਜੀਤ ਸਿੰਘ ਮਾਨ ਦੀ ਇੱਕ ਭਾਵਕ ਜਿਹੜੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਜਾਰੀ ਹੋਈ ਕਿ ਮੈਨੂੰ ਆਪਣੀ ਕੌਮ ਹੀ ਹਰਾ ਦਿੰਦੀ ਹੈ। ਉਹ ਬਜ਼ੁਰਗ ਬੰਦੇ ਦੀ ਇਹ ਜਿਹੜੀ ਡਾਇਲੌਗ ਸੀ, ਸ਼ਾਇਦ ਇਹ ਵੀ ਇੰਨੀ ਭਾਵਕ ਜਿਹੜੀ ਉਹ ਲੋਕਾਂ ਨੂੰ ਨਾ ਕਰਦੀ। ਉਸ ਹਾਲਾਂਕਿ ਉਹਨਾਂ ਦੀ ਵਿਚਾਰਧਾਰਾ ਕਿਹੋ ਜਿਹੀ ਹੈ ਜਾਂ ਕਿਹੋ ਜਿਹੀ ਨਹੀਂ, ਪਰ ਸਿਮਰਨਜੀਤ ਸਿੰਘ ਮਾਨ ਵਰਗਾ ਇਮਾਨਦਾਰ ਵਿਅਕਤੀ ਜੇਕਰ ਇਸ ਪੰਜਾਬ ਦੀ ਸਿੱਖ ਸਿਆਸਤ ਲੱਭਣਾ ਹੋਵੇ, ਮੇਰਾ ਨਹੀਂ ਖਿਆਲ ਕਿ ਲੱਭੇ। ਖੈਰ ਉਹ ਇੱਕ ਵੱਖਰਾ ਇਸ਼ੂ ਆ, ਅੱਜ ਤੱਕ ਉਹ ਜਿੱਤੇ ਨਹੀਂ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਕਿ ਮੈਨੂੰ ਮੇਰੀ ਆਪਣੀ ਕੌਮੀ ਹਰਾ ਦਿੰਦੀ ਆ, ਉਦੋਂ ਤੱਕ ਸੁਮਿਤ ਸਿੰਘ ਦੀ ਚੋਣ ਮੁਹਿੰਮ ਬਿਲਕੁਲ ਠੀਕ ਠਾਕ ਚੱਲਦੀ ਪਈ ਸੀ। ਲੋਕ ਸ਼ਾਇਦ ਸਿਮਰਨਜੀਤ ਸਿੰਘ ਮਾਨ ਦੇ ਵਿਚਾਰਧਾਰਾ ਨੂੰ ਜਾਣਦੇ ਸਨ, ਪਰ ਦੀਪ ਸਿੱਧੂ ਦੀ ਡੈਥ ਤੋਂ ਬਾਅਦ ਜਿਸ ਤਰੀਕੇ ਨਾਲ ਫਿਰ ਸਮੀਕਰਨ ਬਦਲੇ, ਲੋਕਾਂ ਨੇ ਫਿਰ ਵੀ ਸੋਚਿਆ ਸਮਿਤ ਸਿੰਘ ਦੀ ਚੋਣ ਮੁਹਿੰਮ ਫਿਰ ਵੀ ਠੀਕ ਚੱਲੀ। ਪਰ ਅਖੀਰਲੇ ਸਮੇਂ ਦੇ ਵਿੱਚ ਜਦੋਂ ਸੰਯੁਕਤ ਸਮਾਜ ਮੋਰਚੇ ਦਾ ਮੈਂ ਕੋਟਲੀ ਨਾਲ ਜੋੜ ਕੇ ਗੱਲ ਕਰ ਰਿਹਾ, ਇਮਰਾਨ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ, ਤਾਂ ਉਸ ਵਿਅਕਤੀ ਦਾ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਉਮੀਦਵਾਰ ਸੀ ਉਹ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਬੈਠ ਗਿਆ, ਤਾਂ ਉਹਦੇ ਬੈਠਣ ਦੇ ਨਾਲ ਹਲਕਾ ਅਮਰਗੜ੍ਹ ਦੀ ਤਸਵੀਰ ਜਿਹੜੀ ਹੈ ਇਮਰਾਨ ਉਹ ਬਦਲ ਗਈ ਹੈ। ਨਤੀਜੇ ਉਸ ਹਲਕੇ ਤੋਂ ਵੀ ਹੈਰਾਨੀਜਨਕ ਹੋ ਸਕਦੇ ਜੀ। ਬਿਲਕੁਲ ਅਣਖੀ ਸਾਹਿਬ, ਤੁਸੀਂ ਵਿਬਾਕੀ ਦੇ ਨਾਲ ਤੱਥਾਂ ਦੇ ਆਧਾਰ ਤੇ, ਤਰਕ ਦੇ ਆਧਾਰ ਦੇ ਉੱਤੇ ਤੁਸੀਂ ਹਰ ਹਲਕੇ ਦੇ ਹਾਲ ਦੱਸਿਆ ਕਿ ਪ੍ਰਤੀਸ਼ਤਤਾ ਘਟਣ ਦੇ ਨਾਲ ਕਿਸ ਦਾ ਫਾਇਦਾ ਕਿਸ ਦਾ ਨੁਕਸਾਨ ਹੋਵੇਗਾ। ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਨਤੀਜੇ ਜਿਹੜੇ ਤੈਅ ਕਰਨਗੇ ਕਿ ਪੰਜਾਬ ਦੇ ਵਿੱਚ ਕਿਹੜੀ ਪਾਰਟੀ 2022 ਤੋਂ 27 ਤੱਕ ਰਾਜ ਕਰੇਗੀ, ਪੰਜਾਬ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ, ਪੰਜਾਬ ਦੇ ਵਿੱਚ ਸੱਤਾ ਦਾ ਨਿੱਘ ਕਿਹੜੀ ਪਾਰਟੀ ਮਾਣਦੀ ਆ, ਤੇ ਪੰਜਾਬ ਦੇ ਲੋਕ ਕਿਹੜੇ ਮੁੱਦਿਆਂ ਦੇ ਉੱਤੇ ਵੋਟ ਪਾ ਕੇ ਆਏ ਨੇ ਜਾਂ ਚਿਹਰਿਆਂ ਦੇ ਵੋਟ ਪਾ ਕੇ ਆਏ ਨੇ, ਉਹ 10 ਮਾਰਚ ਨੂੰ ਤੈਅ ਹੋ ਜਾਵੇਗਾ। 1304 ਉਮੀਦਾਂ ਦੀ ਕਿਸਮਤ ਹੁਣ EVM ਮਸ਼ੀਨਾਂ ਦੇ ਵਿੱਚ ਬੰਦ ਹੋਈ ਆ। ਕਿਸਮਤ ਦਾ ਪਟਾਰਾ 10 ਮਾਰਚ ਨੂੰ ਖੁੱਲੇਗਾ। ਨਤੀਜੇ ਆਉਣਗੇ ਤਾਂ ਸਾਫ਼ ਹੋ ਜਾਵੇਗਾ ਕਿਹੜੀ ਪਾਰਟੀ ਪੰਜਾਬ ਦੇ ਉੱਤੇ ਰਾਜ ਕਰੇਗੀ। ਹੋਰ ਵੀ ਅਜਿਹੇ ਪ੍ਰੋਗਰਾਮ, ਅਜਿਹੇ ਸਰਵੇ ਤੱਥਾਂ ਦੇ ਆਧਾਰ ਤੇ, ਤਰਕ ਦੇ ਆਧਾਰ ਤੇ ਤੁਹਾਡੇ ਸਾਹਮਣੇ ਰੂਬਰੂ ਕਰਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ। ਦਿਓ ਇਜਾਜ਼ਤ। ਧੰਨਵਾਦ।